हेलो फ्रेंड्स, स्वागत है ਤੁਹਾਡਾ ਪੋਲੀਟੀਕਲ ਸਾਇੰਸ +1 ਦੇ ਅਗਲੇ ਵੀਡੀਓ 'ਚ। ਤੇ ਇਹ ਵੀਡੀਓ ਮੈਂ ਅੱਜ ਬਣਾ ਰਿਹਾ। ਅੱਜ ਈਦ ਦਾ ਦਿਨ ਹੈ ਤੇ ਤੁਹਾਨੂੰ ਸਾਰਿਆਂ ਨੂੰ ਈਦ ਦੀਆਂ ਵਧਾਈਆਂ। ਇਹ ਵੀ ਨਾਗਰਿਕ ਦੇ ਅਧਿਕਾਰਾਂ ਦੇ ਵਿੱਚ ਇੱਕ ਅਧਿਕਾਰ ਹੈ ਕਿ ਹਰ ਇੱਕ ਨਾਗਰਿਕ ਆਪਣੇ ਧਾਰਮਿਕ ਜੋ ਵੀ ਪਹਿਲੂ ਹਨ ਉਸ ਦੀ ਅਦਾਇਗੀ ਕਰ ਸਕਦਾ ਹੈ। ਔਰ ਇਹ ਅੱਛੀ ਗੱਲ ਹੈ ਕਿ ਅੱਜ ਦੇ ਲੋਕਤੰਤਰ ਦੇ ਵਿੱਚ ਹਰ ਇੱਕ ਨਾਗਰਿਕ ਨੂੰ, ਹਰ ਇੱਕ ਲੋਕਾਂ ਨੂੰ ਅਧਿਕਾਰ ਪ੍ਰਾਪਤ ਹਨ। ਜੇ ਨਾਗਰਿਕ ਦੀ ਅਰਥ ਜਾਣਨਾ ਚਾਹੁੰਦੇ ਹਾਂ, ਆਪਾਂ ਨਾਗਰਿਕ ਦਾ ਅਰਥ ਜਾਣਨਾ ਚਾਹੁੰਦੇ ਹਾਂ ਜਾਂ ਨਾਗਰਿਕਾਂ ਬਾਰੇ ਸਮਝਣਾ ਚਾਹੁੰਦੇ ਹਾਂ, ਤਾਂ ਇਹ ਬਹੁਤ ਜਾਣਨਾ ਪਏਗਾ ਪਹਿਲਾਂ ਆਪਾਂ ਨੂੰ ਕਿ ਵੀ ਕਿਸ ਤਰੀਕੇ ਨਾਲ ਪੁਰਾਣੇ ਜ਼ਮਾਨਿਆਂ 'ਚ ਸਾਰੇ ਨਾਗਰਿਕ ਨਹੀਂ ਹੁੰਦੇ ਸਨ। ਸਾਰੇ ਨਾਗਰਿਕ ਨਹੀਂ ਸਨ ਤੇ ਔਰ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਕੁਪ੍ਰਥਾਵਾਂ ਚੱਲਦੀਆਂ ਸਨ। ਅਗਰ ਆਪਾਂ ਪਲੈਟੋ ਅਰਿਸਟੋਟਲ ਦੇ ਟਾਈਮ ਦੀ ਗੱਲ ਕਰਦੇ ਹਾਂ ਤੇ ਉਸ ਵੇਲੇ ਗ੍ਰੀਸ ਦੇ ਵਿੱਚ, ਗ੍ਰੀਕ ਸਿਟੀਜ਼ ਦੇ ਵਿੱਚ ਉਹੀ ਬੰਦੇ ਨਾਗਰਿਕ ਮੰਨੇ ਜਾਂਦੇ ਸੀ ਜਿਹੜੇ ਸਪੈਸ਼ਲ ਸੀਗੇ। ਉਹਨਾਂ ਦੀ ਗਿਣਤੀ, ਨਾਗਰਿਕਾਂ ਦੀ ਗਿਣਤੀ ਕੁਝ ਹਜ਼ਾਰਾਂ 'ਚ ਹੀ ਹੁੰਦੀ ਸੀ। ਭਾਵੇਂ ਲੋਕ ਉੱਥੇ ਲੱਖਾਂ 'ਚ ਹੋ ਸਕਦੇ ਸਨ, ਜਿਹੜੇ ਕਿ ਕੋਈ ਟਰੇਡਰਸ ਹੋਣਗੇ, ਕੋਈ ਗੁਲਾਮਸ ਹੋਣਗੇ, ਸਲੇਵਸ ਹੋਣਗੇ। ਇਹ ਸਾਰੇ ਫੈਕਟਰ ਸੀਗੇ। ਜੇ ਖਾਸ ਕਰਕੇ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਜਾਤੀ ਸਿਸਟਮ ਸੀ, ਜਿਸ ਦੇ ਆਧਾਰ 'ਤੇ ਦੇਖਦੇ ਆਪਾਂ ਕਿ ਵੀ ਕੁਛ ਜਾਤ ਜਿਹੜੀਆਂ ਸੀਗੀਆਂ ਅਪਰ ਕਾਸਟ, ਜਿਵੇਂ ਸੀ ਸਾਡੇ 4 ਜਾਤੀ ਸਿਸਟਮ ਦੇ ਵਿੱਚ 4 ਮੇਨ ਵਰਨ ਆਉਂਦੇ ਨੇ, ਬ੍ਰਾਹਮਣ, ਖੱਤਰੀ, ਵੈਸ਼ਯ, ਸ਼ੂਦਰ। ਅਤੇ 3 ਜਾਤੀਆਂ ਨੂੰ ਤਾਂ ਕਾਫੀ ਸਾਰੇ ਅਧਿਕਾਰ ਪ੍ਰਾਪਤ ਸੀਗੇ, ਪਰ ਸ਼ੂਦਰ ਜਾਤੀ ਨੂੰ ਅਧਿਕਾਰਾਂ ਦੇ ਵਿੱਚ ਬਹੁਤ ਪ੍ਰੋਬਲਮ ਸੀ, ਮਤਲਬ ਉਹਨਾਂ ਨੂੰ ਬਹੁਤ ਘੱਟ ਅਧਿਕਾਰ ਪ੍ਰਾਪਤ ਸੀਗੇ। ਅਤੇ ਇਹ ਸਾਰੇ ਫੈਕਟਰਸ ਹੈਗੇ। ਅੱਜ ਦਾ ਜਿਹੜਾ ਨਾਗਰਿਕ ਹੈ ਉਸ ਨੂੰ ਅਧਿਕਾਰ ਤਾਂ ਪ੍ਰਾਪਤ ਹੈ, ਪਰ ਜ਼ਿਆਦਾਤਰ ਨਾਗਰਿਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਪਤਾ ਹੀ ਨਹੀਂ ਹੈ। ਅਤੇ ਜਦੋਂ ਅਸੀਂ ਪੋਲੀਟੀਕਲ ਸਾਇੰਸ ਪੜ੍ਹਦੇ ਹਾਂ ਅਤੇ ਅਸੀਂ ਆਪਣੇ ਅਧਿਕਾਰਾਂ ਬਾਰੇ ਜਾਣਦੇ ਹਾਂ, ਅਸੀਂ ਆਪਣੇ ਕਰਤੱਵਾਂ ਬਾਰੇ ਵੀ ਜਾਣਦੇ ਹਾਂ। ਅਤੇ ਨਾਗਰਿਕ ਕੌਣ ਹੁੰਦਾ ਹੈ, ਨਾਗਰਿਕਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ, ਇਹਨਾਂ ਬਾਰੇ ਵੀ ਅਸੀਂ ਜਾਣਦੇ ਹਾਂ। ਲੇਕਿਨ ਕਿਉਂਕਿ ਹਜੇ ਤੱਕ ਵੀ ਸਾਡਾ ਸਮਾਜ ਜਾਗਰੂਕ ਨਹੀਂ ਹੋਇਆ ਹੈ ਅਤੇ ਇਸ ਲਈ ਸਾਡੇ ਸਮਾਜ ਦੇ ਵਿੱਚ ਹਜੇ ਵੀ ਨਾਗਰਿਕਾਂ ਦੇ ਮਨ 'ਚ ਭੈ ਹੈ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ, ਪੁਲਿਸ ਨੂੰ ਲੈ ਕੇ। ਪੁਲਿਸ, ਐਡਮਿਨਿਸਟ੍ਰੇਸ਼ਨ, ਸਰਕਾਰ ਜੋ ਕਿ ਸਾਡੇ ਸਰਵੈਂਟ ਨੇ, ਅਸੀਂ ਉਹਨਾਂ ਨੂੰ ਆਪਣਾ ਮਾਲਕ ਬਣਾਇਆ ਹੋਇਆ ਹੈ। ਕਿਉਂਕਿ ਅਸੀਂ ਆਪਣੇ ਅਧਿਕਾਰਾਂ ਤੋਂ, ਆਪਣੇ ਕਾਨੂੰਨਾਂ ਤੋਂ, ਆਪਣੇ ਕਰਤੱਵਾਂ ਤੋਂ ਜਾਣੂ ਨਹੀਂ ਹਾਂ। ਜੇ ਅਸੀਂ ਜਾਣ ਜਾਵਾਂਗੇ ਤਾਂ ਸਾਨੂੰ ਪਤਾ ਲੱਗ ਜਾਏਗਾ, ਅਸੀਂ ਕਾਨੂੰਨਾਂ ਨੂੰ ਪਾਲਣ ਕਰਾਂਗੇ ਅਤੇ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੋਏਗਾ, ਕਿਉਂਕਿ ਅਸੀਂ ਮਾਸਟਰ ਹੈਗੇ, ਸਰਵੈਂਟ ਨਹੀਂ ਹੈਗੇ। ਆਧੁਨਿਕ ਲੋਕਤੰਤਰ ਦਾ ਇਹੀ ਬਹੁਤ ਅੱਛਾ ਇੱਕ ਪਹਿਲੂ ਹੈ। ਅਤੇ ਚਲੋ ਅੱਜ ਵੱਧਦੇ ਹਾਂ ਆਪਾਂ ਅੱਗੇ ਨਾਗਰਿਕ ਅਤੇ ਨਾਗਰਿਕਤਾ ਦੇ ਇਸ ਪਹਿਲੇ ਲੈਸਨ 'ਚ। ਸਭ ਤੋਂ ਪਹਿਲਾਂ ਅਸੀਂ ਨਾਗਰਿਕਾਂ ਬਾਰੇ ਪੜ੍ਹਾਂਗੇ। ਇਹਦੇ 'ਚ ਨਾਗਰਿਕਾਂ ਦੇ ਅਰਥ, ਪਰਿਭਾਸ਼ਾਵਾਂ ਕਿਸ ਤਰ੍ਹਾਂ ਪ੍ਰਾਪਤ ਕੀਤੀ ਜਾ ਸਕਦੀ ਹੈ ਜੀ, ਗੁਣ ਵਗੈਰਾ, ਅਤੇ ਫਿਰ ਅਸੀਂ ਨਾਗਰਿਕਤਾ ਬਾਰੇ ਪੜ੍ਹਾਂਗੇ। ਨਾਗਰਿਕ ਅਰਥ। ਅਰਸਤੂ ਅਨੁਸਾਰ ਨਾਗਰਿਕ ਉਹ ਵਿਅਕਤੀ ਹੈ ਜਿਸ ਦਾ ਰਾਜ ਦੇ ਸ਼ਾਸਨ ਵਿੱਚ ਹਿੱਸਾ ਹੋਵੇ ਅਤੇ ਉਹ ਰਾਜ ਦੁਆਰਾ ਦਿੱਤੇ ਗਏ ਮਾਣ ਅਤੇ ਸਤਿਕਾਰ ਨੂੰ ਮਾਣਨ ਦਾ ਹੱਕਦਾਰ ਹੋਵੇ। ਅਗਰ ਅਰਸਤੂ ਦੇ ਇਸ ਗੱਲ ਨੂੰ ਫੋਲੋ ਕਰੀਏ ਤਾਂ ਅੱਜ ਸਾਡਾ ਸ਼ਾਸਨ ਦੇ ਵਿੱਚ ਹਿੱਸਾ ਹੈ। ਅਸੀਂ ਵੋਟ ਪਾ ਕੇ ਸਰਕਾਰ ਚੁਣਦੇ ਹਾਂ, ਉਹੀ ਸਰਕਾਰ ਐਡਮਿਨਿਸਟ੍ਰੇਸ਼ਨ ਚਲਾਉਂਦੀ ਹੈ। ਉਸ ਤੋਂ ਬਾਅਦ ਐਜ਼ ਏ ਨਾਗਰਿਕ ਸਾਨੂੰ ਅਧਿਕਾਰ ਹੈ, ਪ੍ਰਾਪਤ ਹੈ, ਅਤੇ ਅਸੀਂ ਉਸ ਅਧਿਕਾਰ ਨੂੰ ਮਾਣਨ ਦੇ ਹੱਕਦਾਰ ਵੀ ਹੈਗੇ ਅਤੇ ਸਾਡੇ ਕੁਝ ਕਰਤੱਵ ਵੀ ਹੈਗੇ, ਅਸੀਂ ਉਸ ਦੀ ਪਾਲਣਾ ਵੀ ਕਰਦੇ ਹਾਂ। ਪਰ ਅੱਜ ਹਰ ਉਹ ਵਿਅਕਤੀ ਨਾਗਰਿਕ ਹੈ ਅੱਜ ਦੇ ਜ਼ਮਾਨੇ 'ਚ ਕਰੀਏ ਤਾਂ ਜੋ ਕਿਸੇ ਰਾਜ ਦਾ ਮੈਂਬਰ ਹੈ, ਜੋ ਰਾਜ ਪ੍ਰਤੀ ਸ਼ਰਧਾ ਰੱਖਦਾ ਹੈ, ਜੋ ਰਾਜ ਦੇ ਮੈਂਬਰ ਹੋਣ ਦੇ ਨਾਤੇ ਕੁਝ ਅਧਿਕਾਰ ਮਾਣਦਾ ਹੈ। ਉਹ ਅਧਿਕਾਰ ਸਮਾਜਿਕ ਹੋ ਸਕਦੇ ਹਨ, ਉਹ ਅਧਿਕਾਰ ਆਰਥਿਕ ਹੋ ਸਕਦੇ ਹਨ, ਰਾਜਨੀਤਿਕ ਹੋ ਸਕਦੇ ਹਨ। ਇਸ ਦੇ ਬਦਲੇ ਉਹਨਾਂ ਨੂੰ ਰਾਜ ਪ੍ਰਤੀ ਕੁਝ ਕਰਤੱਵਾਂ ਦਾ ਪਾਲਣਾ ਵੀ ਕਰਨਾ ਪੈਂਦਾ ਹੈ। ਰਾਜ ਦੇ ਪ੍ਰਤੀ ਕਿਹੜੇ ਕਰਤੱਵ ਹੁੰਦੇ ਨੇ ਸਾਡੇ? ਜੇ ਨਿਯਮ ਬਣਾਇਆ ਰਾਜ ਨੇ ਤਾਂ ਉਸ ਦੀ ਪਾਲਣਾ ਕਰਨਾ, ਜੇ ਟੈਕਸ ਲਗਾਇਆ ਰਾਜ ਨੇ ਤਾਂ ਟੈਕਸ ਦੀ ਅਦਾਇਗੀ ਕਰਨਾ। ਉਸ ਤੋਂ ਬਾਅਦ ਸਾਡੇ ਰਾਸ਼ਟਰੀ ਧਰੋਹਰ ਹੈਗੇ, ਰਾਸ਼ਟਰੀ ਧਰੋਹਰ, ਨੈਸ਼ਨਲ ਹੈਰੀਟੇਜ ਜਿਹਨੂੰ ਕਿਹਾ ਜਾਂਦਾ ਹੈ, ਉਸ ਦੀ ਰੱਖਿਆ ਕਰਨੀ। ਦੇਸ਼ ਦੀ ਸੇਵਾ ਲਈ ਤਿਆਰ ਰਹਿਣਾ, ਜਦੋਂ ਲੋੜ ਪਏ ਆਰਮੀ ਦੇ ਵਿੱਚ, ਪੁਲਿਸ ਦੇ ਵਿੱਚ ਭਰਤੀ ਰਹਿਣਾ, ਜਦੋਂ ਲੋੜ ਪਏ ਦੇਸ਼ ਦੇ ਲਈ ਲੜਨ ਨੂੰ ਤਿਆਰ ਰਹਿਣਾ, ਮਰਨ ਨੂੰ ਤਿਆਰ ਰਹਿਣਾ।
ਇਹ ਸੀਗੇ ਨਾਗਰਿਕ ਦਾ ਇੱਕ ਬੇਸਿਕ ਅਰਥ ਦੱਸਿਆ ਤੁਹਾਨੂੰ। ਹੁਣ ਆ ਜਾਂਦੇ ਨਾਗਰਿਕ ਦੀਆਂ ਪਰਿਭਾਸ਼ਾਵਾਂ। ਅਗਰ ਨਾਗਰਿਕ ਦੀ ਪਰਿਭਾਸ਼ਾ ਦੀ ਗੱਲ ਕਰਦੇ ਤਾਂ ਵੈਟਲ ਦਾ ਪਰਿਭਾਸ਼ਾ ਦੇਖਦੇ ਹਾਂ ਆਪਾਂ। ਵੈਟਲ ਕਹਿੰਦੇ ਹਨ ਕਿ ਨਾਗਰਿਕ ਸਭਿਆ ਸਮਾਜ ਦੇ ਉਹ ਮੈਂਬਰ ਹੁੰਦੇ ਹਨ ਜਿਹੜੇ ਸਮਾਜ ਨਾਲ ਕੁਝ ਫਰਜ਼ਾਂ ਕਰਕੇ ਜੁੜੇ ਰਹਿੰਦੇ ਹਨ ਅਤੇ ਇਸ ਦੀ ਸ਼ਕਤੀ ਦੇ ਅਧੀਨ ਰਹਿੰਦੇ ਹਨ ਅਤੇ ਇਸ ਤੋਂ ਪ੍ਰਾਪਤ ਹੋਣ ਵਾਲੇ ਲਾਭਾਂ ਵਿੱਚ ਬਰਾਬਰ ਦੇ ਹਿੱਸੇਦਾਰ ਹੁੰਦੇ ਹਨ। ਸਮਾਜ ਦੇ ਮੈਂਬਰ ਹੁੰਦੇ ਨੇ, ਇਹਨਾਂ ਦੇ ਹਿਸਾਬ ਨਾਲ ਸਮਾਜ ਨਾਲ ਜੁੜੇ ਰਹਿੰਦੇ ਹਨ, ਉਹਨਾਂ ਦੇ ਕੁਝ ਫਰਜ਼ ਹੁੰਦੇ ਹਨ, ਕੁਝ ਅਧਿਕਾਰ ਹੁੰਦੇ ਹਨ ਔਰ ਉਹ ਅਧੀਨ ਰਹਿੰਦੇ ਹਨ ਸਮਾਜ ਦੇ ਸ਼ਕਤੀ ਦੇ, ਯਾਨੀ ਕਿ ਕਾਨੂੰਨ ਦਾ ਪਾਲਣਾ ਕਰਦੇ। ਜੇ ਕਾਨੂੰਨ ਦਾ ਪਾਲਣਾ ਨਹੀਂ ਕੀਤਾ ਤੇ ਨਾਗਰਿਕ ਹੋਣ ਜਾਂ ਨਾ ਹੋਣ, ਅਗਰ ਨਾਗਰਿਕ ਹੈਗੇ ਤਾਂ ਵੀ ਉਹਨਾਂ ਨੂੰ ਕਾਨੂੰਨੀ ਸ਼ਕਤੀ ਦਾ ਸਾਹਮਣਾ ਕਰਨਾ ਪਵੇਗਾ ਔਰ ਜੋ ਇਹਨਾਂ ਤੋਂ ਲਾਭ ਪ੍ਰਾਪਤ ਹੁੰਦੇ ਉਸ ਦੇ ਵਿੱਚ ਬਰਾਬਰ ਦੇ ਹਿੱਸੇਦਾਰ ਹਨ। ਇਹ ਵੈਟਲ ਦੇ ਅਨੁਸਾਰ ਪਰਿਭਾਸ਼ਾ ਹੈ। ਉਸ ਤੋਂ ਬਾਅਦ ਮਿਲਰ ਅਨੁਸਾਰ, ਮਿਲਰ ਕਹਿੰਦੇ ਹਨ ਕਿ ਨਾਗਰਿਕ ਇੱਕ ਰਾਜਨੀਤਿਕ ਸਮਾਜ ਦੇ ਮੈਂਬਰ ਹੁੰਦੇ ਹਨ। ਰਾਜਨੀਤਿਕ ਸਮਾਜ ਕਿਸ ਤਰ੍ਹਾਂ ਦਾ ਸਮਾਜ? ਸਮਾਜ ਇੱਕ ਸੋਸ਼ਲ ਸਮਾਜ ਹੈ, ਧਾਰਮਿਕ ਸਮਾਜ ਹੈ, ਰਾਜਨੀਤਿਕ ਸਮਾਜ। ਅਸੀਂ ਅਲੱਗ-ਅਲੱਗ ਪਹਿਲੂ ਆ ਸਾਡੀ ਜ਼ਿੰਦਗੀ ਦੇ। ਅਸੀਂ ਸਮਾਜਿਕ ਵੀ ਹੈਗੇ, ਰਾਜਨੀਤਿਕ ਵੀ ਹੈਗੇ, ਧਾਰਮਿਕ ਵੀ ਹੈਗੇ, ਆਰਥਿਕ ਪਹਿਲੂ ਵੀ ਹੈ ਸਾਡੇ ਜੀਵਨ ਦੇ। ਤਾਂ ਉਸ ਹਿਸਾਬ ਨਾਲ ਮਿਲਰ ਕਹਿੰਦੇ ਹਨ ਕਿ ਨਾਗਰਿਕ ਇੱਕ ਰਾਜਨੀਤਿਕ ਸਮਾਜ ਦੇ ਮੈਂਬਰ ਹੁੰਦੇ ਹਨ। ਉਹ ਅਜਿਹੇ ਵਿਅਕਤੀ ਹੁੰਦੇ ਹਨ ਜੋ ਰਾਜ ਦੀ ਸਥਾਪਨਾ ਕਰਦੇ ਹਨ, ਜੋ ਵਿਅਕਤੀਗਤ ਅਤੇ ਸਮੂਹਿਕ ਅਧਿਕਾਰਾਂ ਦੀ ਰੱਖਿਆ ਲਈ ਸਰਕਾਰ ਦੀ ਸ਼ਕਤੀ ਦੇ ਅਧੀਨ ਰਹਿੰਦੇ ਹਨ। ਵਿਅਕਤੀਗਤ ਅਤੇ ਸਮੂਹਿਕ ਅਧਿਕਾਰ ਸਾਰੇ ਲਈ ਇਹ ਸਰਕਾਰ ਦੇ ਅਧੀਨ ਰਹਿੰਦੇ ਹਨ। ਸਰਕਾਰ ਦੇ ਅਧੀਨ ਰਹਿਣ ਦਾ ਮਤਲਬ ਇਹ ਨਹੀਂ ਕਿ ਸਰਕਾਰ ਦਾ ਗੁਲਾਮ ਬਣ ਕੇ ਰਹਿਣਾ, ਬਲਕਿ ਸਰਕਾਰ ਨੇ ਜੋ ਕਾਨੂੰਨ ਬਣਾਇਆ ਉਹਨਾਂ ਦੇ ਅਧੀਨ ਰਹਿੰਦੇ ਹਨ, ਕਿਉਂਕਿ ਉਹ ਕਾਨੂੰਨ ਵੀ ਇਨਡਾਇਰੈਕਟਲੀ ਲੋਕਾਂ ਨੇ ਹੀ ਬਣਾਇਆ ਹੈ ਸਰਕਾਰ ਦੇ ਥਰੂ। ਸਰਕਾਰ ਨੂੰ ਕੌਣ ਚੁਣਦਾ ਹੈ? ਲੋਕ ਚੁਣਦੇ ਹਨ। ਉਸ ਤੋਂ ਬਾਅਦ AKCU ਅਨੁਸਾਰ ਨਾਗਰਿਕ ਉਹ ਹੈ ਜੋ ਰਾਜ ਪ੍ਰਤੀ ਸ਼ਰਧਾ ਰੱਖਦਾ ਹੈ, ਜਿਸ ਨੂੰ ਸਮਾਜਿਕ ਅਤੇ ਆਰਥਿਕ ਅਧਿਕਾਰ ਪ੍ਰਾਪਤ ਹਨ, ਜੋ ਸੇਵਾ ਦੀ ਭਾਵਨਾ ਤੋਂ ਪ੍ਰਭਾਵਿਤ ਹੁੰਦਾ ਹੈ। ਅਤੇ ਬੜੀ ਸਿੰਪਲ ਸ਼ਬਦਾਂ 'ਚ ਇਹਨੇ ਕਿਹਾ ਕਿ ਵੀ ਰਾਜ ਪ੍ਰਤੀ ਸ਼ਰਧਾ, ਜਿਵੇਂ ਕਿ ਅਸੀਂ ਭਾਰਤ ਦੇ ਨਾਗਰਿਕ ਹੈਗੇ, ਭਾਰਤ ਦੇ ਪ੍ਰਤੀ ਸਾਡੀ ਸ਼ਰਧਾ ਹੈ। ਅਸੀਂ ਦੇਸ਼ ਲਈ ਲੜਨ ਮਰਨ ਨੂੰ ਵੀ ਤਿਆਰ ਰਹਿੰਦੇ ਨੇ, ਇੱਕ ਸ਼ਰਧਾ ਦਾ ਇਹ ਨਤੀਜਾ ਹੈ ਸਾਡੇ ਦੇਸ਼ ਪ੍ਰਤੀ। ਉਸ ਤੋਂ ਬਾਅਦ ਸਾਡੇ ਸਮਾਜਿਕ ਅਧਿਕਾਰ ਇਸ ਸਮਾਜ 'ਚ ਬਰਾਬਰ ਹੈਗੇ, ਕੋਈ ਉੱਚਾ ਨੀਵਾਂ ਨਹੀਂ ਹੈ, ਕੋਈ ਛੂਆ-ਛਾਤ ਹੁਣ ਨਹੀਂ ਹੈ, ਸਾਰੇ ਸੰਵਿਧਾਨ ਦੇ ਸਾਹਮਣੇ ਸਾਰੇ ਬਰਾਬਰ ਨੇ, ਕੋਈ ਵੱਡਾ ਛੋਟਾ ਨਹੀਂ ਹੈ। ਅਤੇ ਆਰਥਿਕ ਅਧਿਕਾਰ ਪ੍ਰਾਪਤ ਹਨ, ਸਾਨੂੰ ਕੰਮ ਕਰਨ ਦਾ ਅਧਿਕਾਰ ਪ੍ਰਾਪਤ ਹੈ, ਸਾਨੂੰ ਨੌਕਰੀ ਕਰਨ ਦਾ ਅਧਿਕਾਰ ਪ੍ਰਾਪਤ ਹੈ, ਆਪਣੀ ਯੋਗਤਾ ਦੇ ਅਨੁਸਾਰ ਜੋ ਅਸੀਂ ਕਰਨਾ ਚਾਹੁੰਦੇ ਉਹ ਅਸੀਂ ਕਰ ਸਕਦੇ ਹਾਂ। ਇਸ ਦੇ ਇਲਾਵਾ ਜੋ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੁੰਦੇ, ਸਾਡੀ ਸੇਵਾ ਭਾਵਨਾ ਵੀ ਹੈ ਸਾਡੇ ਦੇਸ਼ ਪ੍ਰਤੀ, ਸਾਡੇ ਸਮਾਜ ਪ੍ਰਤੀ ਸੇਵਾ ਭਾਵਨਾ। ਅਤੇ ਬਹੁਤ ਵਧੀਆ ਸਿੰਪਲ ਸ਼ਬਦਾਂ 'ਚ AKCU ਨੇ ਆਪਣੀ ਨਾਗਰਿਕ ਦੀ ਪਰਿਭਾਸ਼ਾ ਦਿੱਤੀ। ਅਤੇ ਇਹ ਤਿੰਨ ਪਰਿਭਾਸ਼ਾ ਮੇਰੇ ਹਿਸਾਬ ਨਾਲ ਸਫੀਸ਼ੀਐਂਟ ਹੈ। ਅਤੇ ਹੁਣ ਅਸੀਂ ਕਰਦੇ ਹਾਂ ਨਾਗਰਿਕ ਦੀਆਂ ਵਿਸ਼ੇਸ਼ਤਾਵਾਂ। ਸਭ ਤੋਂ ਪਹਿਲੀ ਵਿਸ਼ੇਸ਼ਤਾ ਕੀ ਹੈ? ਹੁਣ ਰਾਜ ਦਾ ਮੈਂਬਰ ਹੁੰਦਾ ਹੈ। ਜੇ ਅਸੀਂ ਕਹਿੰਦੇ ਕਿ ਕੋਈ ਫੋਰਨਰ, ਮੰਨ ਲਓ ਕਿ ਕੋਈ ਅਮਰੀਕਾ ਤੋਂ, ਕੈਨੇਡਾ ਤੋਂ, ਕੋਈ UK ਤੋਂ, ਇੰਗਲੈਂਡ ਤੋਂ, ਫਰਾਂਸ ਤੋਂ ਇੱਥੇ ਆਉਂਦਾ ਹੈ ਤਾਂ ਕੀ ਉਹ ਇੱਥੇ ਦਾ ਰਾਜ ਦਾ ਮੈਂਬਰ ਹੈ? ਨਹੀਂ, ਉਹ ਇੱਕ ਫੋਰਨਰ ਹੈ, ਟਰੈਵਲਰ ਹੈ, ਜਿਹੜਾ ਇੱਥੇ ਆਇਆ ਹੈ, ਏਲੀਅਨ ਹੈ, ਉਹ ਰਾਜ ਦਾ ਮੈਂਬਰ ਨਹੀਂ। ਉਹਨਾਂ ਨੂੰ ਇੱਥੇ ਸਾਰੇ ਅਧਿਕਾਰ ਪ੍ਰਾਪਤ ਨਹੀਂ ਹਨ ਜੋ ਕਿ ਇੱਕ ਰਾਜ ਦੇ ਮੈਂਬਰ ਨੂੰ ਪ੍ਰਾਪਤ ਹੈ। ਅਤੇ ਇਸ ਲਈ ਰਾਜ ਦੇ ਮੈਂਬਰ ਨੂੰ ਜਿਹੜਾ ਹੈ ਦੂਸਰੇ ਮੈਂਬਰ ਨਾਲੋਂ ਜ਼ਿਆਦਾ ਅਧਿਕਾਰ ਪ੍ਰਾਪਤ ਹੁੰਦੇ ਆ। ਦੂਸਰਾ ਹੈ ਰਾਜ ਪ੍ਰਤੀ ਵਫਾਦਾਰੀ। ਹੁਣ ਭਾਰਤ ਦੇਸ਼ ਦੇ ਅਸੀਂ ਨਾਗਰਿਕ ਹਾਂ, ਅਸੀਂ ਜੋ ਵਫਾਦਾਰ ਹੋਵਾਂਗੇ ਸਾਡੇ ਦੇਸ਼ ਲਈ, ਜੋ ਅਸੀਂ ਲੜਨ ਨੂੰ ਤਿਆਰ ਹੋਵਾਂਗੇ ਬਾਰਡਰ 'ਤੇ ਜਾ ਕੇ, ਕੋਈ ਅਮਰੀਕਾ ਦਾ ਬੰਦਾ ਇੱਥੇ ਰਹਿੰਦਾ ਹੋਏਗਾ ਕੋਈ ਕੰਮ ਦੇ ਸਿਲਸਿਲੇ ਦੇ ਵਿੱਚ, ਤਾਂ ਉਹ ਤਿਆਰ ਨਹੀਂ ਹੋਏਗਾ, ਉਸ ਦੀ ਰਾਜ ਪ੍ਰਤੀ ਉਹ ਸ਼ਰਧਾ ਜਾਂ ਵਫਾਦਾਰੀ ਨਹੀਂ ਹੋਏਗੀ। ਤੀਸਰੀ ਵਿਸ਼ੇਸ਼ਤਾ ਹੈ ਰਾਜ ਦੇ ਕਾਨੂੰਨਾਂ ਦੀ ਪਾਲਣਾ ਕਰਨਾ। ਰਾਜ ਦਾ ਜਿਹੜਾ ਨਾਗਰਿਕ ਹੁੰਦਾ ਉਹ ਰਾਜ ਦੇ ਕਾਨੂੰਨਾਂ ਦੀ, ਸਾਰੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ। ਇਹ ਨਹੀਂ ਕਿ ਵੀ ਉਹ ਹਾਂ, ਸਾਡੇ ਦੇਸ਼ 'ਚ ਜਿਹੜੇ ਨਾਗਰਿਕ ਹੈ ਕੁਝ ਕਾਨੂੰਨ ਤੋੜਦੇ ਵੀ ਹੈਗੇ ਜ਼ਰੂਰ, ਪਰ ਨਾਗਰਿਕਾਂ ਦਾ ਇਹ ਕਰਤੱਵ ਹੁੰਦਾ ਹੈ, ਇਹ ਇੱਕ ਵਿਸ਼ੇਸ਼ਤਾ ਹੈ ਕਿ ਉਹ ਰਾਜ ਦੇ ਸਾਰੇ ਇਹੀ ਕਾਨੂੰਨਾਂ ਨੂੰ ਮੰਨਦਾ ਹੈ ਅਤੇ ਉਸ ਦੀ ਪਾਲਣਾ ਕਰਦਾ ਹੈ। ਉਸ ਤੋਂ ਬਾਅਦ ਅਗਲਾ ਹੈ ਰਾਜ ਦੁਆਰਾ ਦਿੱਤੇ ਅਧਿਕਾਰਾਂ ਨੂੰ ਮਾਣਦਾ ਹੈ। ਨਾਗਰਿਕ ਜਿਹੜਾ ਹੈ ਰਾਜ ਦੁਆਰਾ ਦਿੱਤੇ ਗਏ ਸਾਰੇ ਹੀ ਅਧਿਕਾਰਾਂ ਨੂੰ ਮਾਣਦਾ ਹੈ ਔਰ ਇਸ ਤਰੀਕੇ ਨਾਲ ਰਾਜ ਉਹਨਾਂ ਅਧਿਕਾਰਾਂ ਦੇ ਥਰੂ ਆਪਣੇ ਜੀਵਨ ਨੂੰ ਵਧੀਆ ਬਣਾਉਣ ਦੇ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ। ਉਸ ਤੋਂ ਬਾਅਦ ਅਗਰ ਗੱਲ ਕਰੀਏ ਕਿ ਵੀ ਕੀ ਇਹ ਸਾਰੇ ਅਧਿਕਾਰ ਜਿਹੜੇ ਰਾਜ ਨੇ ਦਿੱਤੇ ਆ ਨਾਗਰਿਕ ਨੂੰ, ਕੀ ਸਾਰਿਆਂ ਨੂੰ ਅਵੇਲੇਬਲ ਹੈ? ਅਤੇ ਇਹ ਸਾਰੇ ਲਈ ਅਵੇਲੇਬਲ ਨਹੀਂ ਹੈਗੇ। ਉਸ ਤੋਂ ਬਾਅਦ ਰਾਜ ਪ੍ਰਤੀ ਜੋ ਵੀ ਕਰਤੱਵ ਹੈ ਐਜ਼ ਏ ਨਾਗਰਿਕ,
ਉਹ ਉਹਨਾਂ ਸਾਰੇ ਕਰਤੱਵਾਂ ਨੂੰ ਅਦਾਇਗੀ ਕਰਦਾ ਹੈ। ਰਾਜ ਪ੍ਰਤੀ ਕਿਹੜੇ ਕਰਤੱਵ ਹੋ ਸਕਦੇ? ਕਾਨੂੰਨ ਦੀ ਪਾਲਣਾ ਕਰਨਾ, ਟੈਕਸ ਦੀ ਅਦਾਇਗੀ ਕਰਨਾ, ਰਾਈਟ। ਉਸ ਤੋਂ ਬਾਅਦ ਸਰਵਜਨਕ ਸੰਪत्ति ਦੀ ਰੱਖਿਆ ਕਰਨਾ। ਮੰਨ ਲਓ ਕਿ ਅਸੀਂ ਜਾ ਰਹੇ ਹਾਂ, ਤਾਜ ਮਹਿਲ ਦੇਖਣ ਗਏ, ਲਾਲ ਕਿਲ੍ਹਾ ਦੇਖਣ ਗਏ, ਜਾਂ ਫਿਰ ਕੋਈ ਹੋਰ ਹੈਰੀਟੇਜ ਦੇਖਣ ਗਏ, ਉੱਥੇ ਕੋਈ ਉਸ ਨੂੰ ਨੁਕਸਾਨ ਪਹੁੰਚਾ ਰਿਹਾ, ਅਤੇ ਸਾਡੀ ਕਰਤੱਵ ਹੈ ਕਿ ਉਸ ਦੀ ਰੱਖਿਆ ਕਰੀਏ, ਉਹਨੂੰ ਮਨਾ ਕਰੀਏ ਜਾਂ ਉਹਦੇ ਖਿਲਾਫ ਕੰਪਲੇਂਟ ਕਰੀਏ ਜੇ ਉਹ ਨਹੀਂ ਮੰਨਦਾ ਹੈ। ਉਸ ਤੋਂ ਬਾਅਦ ਹੈ ਸਮਾਜਿਕ ਕਲਿਆਣ ਦੇ ਕੰਮ ਕਰਨਾ। ਇਹ ਸਾਰੇ ਜਿਹੜੀਆਂ ਵਿਸ਼ੇਸ਼ਤਾਵਾਂ ਇਹ ਅਸੀਂ ਜਿਹੜੀਆਂ ਪਰਿਭਾਸ਼ਾਵਾਂ ਹੈ ਉਹਦੇ ਵਿੱਚੋਂ ਹੀ ਕੱਟੀਆਂ। ਅਤੇ ਸਮਾਜ ਭਲਾਈ ਕਰਨਾ, ਆਪਣੀ ਭਲਾਈ ਕਰਨਾ ਪਹਿਲਾਂ ਤਾਂ, ਉਸ ਤੋਂ ਬਾਅਦ ਸਮਾਜ ਦੇ ਆਂਢ ਗੁਆਂਢ ਦੀ ਭਲਾਈ ਕਰਨਾ, ਫਿਰ ਦੇਸ਼ ਦੇ ਭਲੇ ਲਈ ਕੰਮ ਕਰਨਾ, ਇਹ ਨਾਗਰਿਕਾਂ ਦੀਆਂ ਵਿਸ਼ੇਸ਼ਤਾਵਾਂ। ਅੱਗੇ ਚੱਲਦੇ ਹਾਂ, ਨਾਗਰਿਕ ਦੀਆਂ ਕਿਸਮਾਂ ਦੀ ਗੱਲ ਕਰਦੇ ਹਾਂ। ਅਤੇ ਨਾਗਰਿਕ ਬੇਸਿਕਲੀ ਦੋ ਕਿਸਮ ਤੋਂ ਹੁੰਦੇ ਹਨ, ਜਨਮ ਤੋਂ ਨਾਗਰਿਕ ਅਤੇ ਰਾਜਕ੍ਰਿਤ ਨਾਗਰਿਕ। ਅਗਰ ਜਨਮ ਤੋਂ ਨਾਗਰਿਕ ਦੀ ਗੱਲ ਕਰਦੇ ਹਾਂ ਅਤੇ ਉਹ ਲਹੂ ਦੇ ਸੰਬੰਧ ਦੇ ਆਧਾਰ 'ਤੇ ਹੁੰਦੇ ਆ, ਜਨਮ ਸਥਾਨ ਦੇ ਆਧਾਰ 'ਤੇ ਹੁੰਦੇ। ਔਰ ਅਗਰ ਰਾਜਕ੍ਰਿਤ ਦੀ ਗੱਲ ਕਰਦੇ ਹਾਂ ਤਾਂ ਰਾਜਕ੍ਰਿਤ ਨਾਗਰਿਕ ਉਹ ਹੁੰਦੇ ਹਨ ਜੋ ਕਿ ਉੱਥੇ ਆ ਕੇ ਵਸ ਗਏ, ਲੰਬੇ ਸਮੇਂ ਤੋਂ ਰਹਿ ਰਹੇ ਹਨ, ਵਿਆਹ ਸ਼ਾਦੀ ਵਗੈਰਾ ਦੇ ਬੇਸਿਸ 'ਤੇ ਉਹਨਾਂ ਨੇ ਉੱਥੇ ਨਾਗਰਿਕਤਾ ਪ੍ਰਾਪਤ ਕੀਤੀ ਹੈ, ਜਾਂ ਫਿਰ ਕਿਸੇ ਨੇ ਉਹਨਾਂ ਨੂੰ ਅਡਾਪਟ ਕੀਤਾ ਹੈ। ਇਹ ਬੇਸਿਕਲੀ ਦੋ ਤਰੀਕੇ ਹਨ। ਅਤੇ ਹੁਣ ਗੱਲ ਕਰਦੇ ਕਿ ਨਾਗਰਿਕ ਅਤੇ ਵਿਦੇਸ਼ੀ ਵਿੱਚ ਕੀ ਅੰਤਰ ਹੈ। ਦੇਖੋ, ਨਾਗਰਿਕ ਨੂੰ ਬਹੁਤ ਸਾਰੇ ਅਧਿਕਾਰ ਪ੍ਰਾਪਤ ਹੁੰਦੇ ਹਨ, ਵਿਦੇਸ਼ੀਆਂ ਨੂੰ ਵੀ ਕੁਝ ਅਧਿਕਾਰ ਪ੍ਰਾਪਤ ਹੁੰਦੇ ਹਨ, ਪਰ ਸਾਰੇ ਅਧਿਕਾਰ ਵਿਦੇਸ਼ੀਆਂ ਨੂੰ ਪ੍ਰਾਪਤ ਨਹੀਂ ਹੁੰਦੇ। ਜਿਵੇਂ ਕਿ ਚੁਣਾਵ ਲੜਨ ਦਾ, ਵੋਟ ਪਾਉਣ ਦਾ ਅਧਿਕਾਰ, ਜਾਂ ਫਿਰ ਹਰ ਜਗ੍ਹਾ ਜਾ ਕੇ ਵਸਣ ਦਾ, ਘੁੰਮਣ ਫਿਰਨ ਦਾ ਅਧਿਕਾਰ ਵਿਦੇਸ਼ੀਆਂ ਨੂੰ ਨਹੀਂ ਹੋਵੇਗਾ। ਉਸ ਤੋਂ ਬਾਅਦ ਵਫਾਦਾਰੀ ਦੇ ਆਧਾਰ 'ਤੇ ਅੰਤਰ। ਨਾਗਰਿਕ ਜਿਹੜਾ ਹੈ ਉਹ ਪੂਰਨ ਰੂਪ ਦੇ ਵਿੱਚ ਆਪਣੇ ਦੇਸ਼ ਪ੍ਰਤੀ ਵਫਾਦਾਰ ਰਹਿੰਦਾ ਹੈ, ਪਰ ਇੱਕ ਵਿਦੇਸ਼ੀ ਸਾਡੇ ਦੇਸ਼ ਪ੍ਰਤੀ ਵਫਾਦਾਰ ਨਹੀਂ ਹੋ ਸਕਦਾ, ਉਹ ਆਪਣੇ ਦੇਸ਼ ਪ੍ਰਤੀ ਵਫਾਦਾਰ ਹੋਊਗਾ। ਅਧਿਕਾਰ ਮਾਣਨ ਦੀ ਗੱਲ ਕਰਦੇ, ਸੈਨਿਕ ਸੇਵਾਵਾਂ ਦੇ ਆਧਾਰ 'ਤੇ ਅੰਤਰ। ਸਾਰਿਆਂ ਨੂੰ ਸੈਨਿਕ ਸੇਵਾਵਾਂ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ, ਸਿਰਫ ਨਾਗਰਿਕਾਂ ਨੂੰ ਜਾਂ ਫਿਰ ਜਿਨ੍ਹਾਂ ਨੂੰ ਅਧਿਕਾਰ ਦਿੱਤੇ ਗਏ ਸੈਨਿਕ ਸੇਵਾਵਾਂ ਵਿੱਚ ਸ਼ਾਮਿਲ ਹੋਣ ਦੀ ਉਹੀ ਹੈ। ਵਿਦੇਸ਼ੀਆਂ ਨੂੰ ਇਹ ਅਧਿਕਾਰ ਪ੍ਰਾਪਤ ਨਹੀਂ ਹਨ। ਉਸ ਤੋਂ ਬਾਅਦ ਸੰਪत्ति ਦੇ ਅਧਿਕਾਰ ਦੇ ਆਧਾਰ 'ਤੇ ਅੰਤਰ। ਹੁਣ ਸੰਪत्ति ਦੇ ਅਧਿਕਾਰ ਦੀ ਗੱਲ ਕਰੀਏ ਤੇ ਨਾਗਰਿਕਾਂ ਨੂੰ ਸੰਪत्ति ਖਰੀਦਣ ਦਾ ਅਧਿਕਾਰ ਹੈ ਹਰ ਤਰ੍ਹਾਂ ਦੀ ਸੰਪत्ति ਦੇ ਵਿੱਚ, ਪਰ ਕੀ ਸਾਰੇ ਹੀ ਵਿਦੇਸ਼ੀਆਂ ਨੂੰ ਸੰਪत्ति ਖਰੀਦਣ ਦਾ ਅਧਿਕਾਰ ਹੈ? ਤੇ ਇਸ ਦਾ ਜਵਾਬ ਹੈ ਕਿ ਨਹੀਂ, ਵਿਦੇਸ਼ੀਆਂ ਨੂੰ, ਠੀਕ ਹੈ, ਇਹ ਅਧਿਕਾਰ ਹਰ ਤਰ੍ਹਾਂ ਦੇ ਵਿਦੇਸ਼ੀਆਂ ਨੂੰ ਪ੍ਰਾਪਤ ਨਹੀਂ ਹੋ ਸਕਦਾ ਹੈ, ਇਹ ਰਾਜ ਦੀ ਆਗਿਆ ਤੋਂ ਬਿਨਾਂ ਨਹੀਂ ਹੋ ਸਕਦਾ ਹੈ। ਅੱਗੇ ਹੈ ਘੁੰਮਣ ਫਿਰਨ ਦੀ ਸੁਤੰਤਰਤਾ ਦੇ ਆਧਾਰ 'ਤੇ ਅੰਤਰ ਦੀ ਗੱਲ ਕਰਦੇ ਹਾਂ। ਅਤੇ ਨਾਗਰਿਕ ਜਿਹੜਾ ਹੈ ਹਰ ਖੇਤਰ ਦੇ ਵਿੱਚ ਘੁੰਮ ਫਿਰ ਸਕਦਾ ਹੈ, ਲੇਕਿਨ ਵਿਦੇਸ਼ੀਆਂ ਨੂੰ ਹਰ ਖੇਤਰ ਦੇ ਵਿੱਚ ਜਾਣ ਦੀ ਪ੍ਰਵਾਨਗੀ ਨਹੀਂ ਪ੍ਰਾਪਤ ਹੁੰਦੀ ਹੈ। ਦੇਸ਼ ਵਿੱਚ ਬਾਹਰ ਕੱਢਣ ਦੇ ਆਧਾਰ 'ਤੇ ਅੰਤਰ। ਅਗਰ ਕੋਈ ਇਸ ਤਰ੍ਹਾਂ ਦਾ ਜਗਨ ਕੰਮ, ਕੋਈ ਅਪਰਾਧਿਕ ਕੰਮ ਜਾਂ ਫਿਰ ਕੋਈ ਇੱਦਾਂ ਦਾ ਕੰਮ ਕਰਦਾ ਨਾਗਰਿਕ, ਅਤੇ ਨਾਗਰਿਕਾਂ ਨੂੰ ਦੇਸ਼ ਦੇ ਵਿੱਚੋਂ ਕੱਢਿਆ ਨਹੀਂ ਜਾ ਸਕਦਾ, ਉਸ ਦੇ ਲਈ ਸਜ਼ਾ ਦਾ ਪ੍ਰਾਵਧਾਨ ਹੈ, ਪਰ ਵਿਦੇਸ਼ੀਆਂ ਨੂੰ ਉਹਨਾਂ ਦੇ ਕਰਤੱਵਾਂ ਲਈ, ਉਹਨਾਂ ਦੇ ਕੰਮਾਂ ਲਈ ਦੇਸ਼ ਤੋਂ ਬਾਹਰ ਵੀ ਕੱਢਿਆ ਜਾ ਸਕਦਾ ਹੈ। ਔਰ ਇਹ ਆਧਾਰ 'ਤੇ ਅੰਤਰ ਹੈ। ਹੁਣ ਗੱਲ ਕਰਦੇ ਹਾਂ ਚੰਗੇ ਨਾਗਰਿਕ ਦੇ ਗੁਣ ਕਿਹੜੇ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾਂ, ਇੱਕ ਚੰਗਾ ਨਾਗਰਿਕ ਆਪਣੇ ਦੇਸ਼ ਪ੍ਰਤੀ ਭਗਤੀ ਭਾਵਨਾ ਰੱਖਦਾ ਹੋਵੇ, ਆਪਣੇ ਦੇਸ਼ ਪ੍ਰਤੀ ਸ਼ਰਧਾ ਰੱਖਦਾ ਹੋਵੇ। ਦੂਸਰੀ ਗੱਲ ਹੈ ਕਿ ਚੰਗੇ ਨਾਗਰਿਕ ਦੇ ਵਿੱਚ ਵਿੱਦਿਆ ਪ੍ਰਾਪਤ ਕਰਕੇ ਅੱਗੇ ਵਧਣ ਦੀ ਭਾਵਨਾ ਹੋਣੀ ਚਾਹੀਦੀ ਹੈ। ਤੀਸਰਾ ਹੈ ਕਿ ਉਹ ਸਾਫ਼ ਸੁਥਰਾ ਵਾਤਾਵਰਣ ਬਣਾਉਣ ਦੇ ਵਿੱਚ ਮਦਦਗਾਰ ਹੁੰਦਾ, ਆਪਣੇ ਦੇਸ਼ ਦੇ ਵਿੱਚ, ਆਪਣੇ ਆਂਢ ਗੁਆਂਢ ਦੇ ਵਿੱਚ ਹਰ ਜਗ੍ਹਾ ਸਾਫ਼ ਸੁਥਰਾ ਵਾਤਾਵਰਣ ਬਣਾਉਣ ਦੇ ਵਿੱਚ ਮਦਦਗਾਰ ਹੁੰਦਾ। ਉਸ ਤੋਂ ਬਾਅਦ ਹੈ ਕਿ ਚੰਗੇ ਨਾਗਰਿਕ ਚੰਗੇ ਸਿਹਤ ਦਾ ਮਾਲਕ ਹੁੰਦਾ ਹੈ। ਚੰਗਾ ਨਾਗਰਿਕ ਜਿਹੜਾ ਹੈ ਚੰਗੇ ਸਿਹਤ ਦਾ ਮਾਲਿਕ ਹੁੰਦਾ ਹੈ, ਔਰ ਆਪਣੀ ਸਿਹਤ ਦੀ ਰੱਖਿਆ ਰੱਖਣਾ, ਅੱਛੀ ਸਿਹਤ ਬਣਾਉਣਾ, ਇਹ ਵੀ ਉਹਦਾ ਕਰਤੱਵ ਹੁੰਦਾ ਹੈ। ਸਮਾਜਿਕ ਸੌਹਾਰਦ ਰੱਖਣ ਦੀ ਭਾਵਨਾ, ਇਸ ਦੇ ਨਾਲ ਨਾਲ ਉਹ ਸਮਾਜਿਕ ਸੌਹਾਰਦ ਰੱਖਦਾ ਹੈ, ਯਾਨੀ ਕਿ ਸਮਾਜ ਦੇ ਵਿੱਚ ਮਿਲ ਵਰਤ ਕੇ ਚੱਲਦਾ ਹੈ। ਉਸ ਤੋਂ ਬਾਅਦ ਮਿਹਨਤ ਨਾਲ ਅੱਗੇ ਵਧਣ ਦੀ ਭਾਵਨਾ ਹੁੰਦੀ ਹੈ। ਇੱਕ ਅੱਛੇ ਨਾਗਰਿਕ 'ਚ ਇਵੇਂ ਲੁੱਟ ਖਸੁੱਟ ਜਾਂ ਦੂਸਰੇ ਦੀਆਂ ਚੀਜ਼ਾਂ ਨੂੰ ਹੜਪਦਾ ਨਹੀਂ ਹੈ। ਅੱਗੇ ਹੈ ਚੰਗੀ ਆਰਥਿਕ ਸਥਿਤੀ ਬਣਾਉਣਾ। ਇਹ ਹਰ ਇੱਕ ਨਾਗਰਿਕ ਦਾ ਕਰਤੱਵ ਹੈ ਕਿ ਉਹ ਆਪਣੀ ਚੰਗੀ ਆਰਥਿਕ ਪੋਜੀਸ਼ਨ ਬਣਾਏ, ਮਿਹਨਤ ਕਰਕੇ ਆਪਣੇ ਆਪ ਨੂੰ ਸਟੈਬਲਿਸ਼ ਕਰੇ, ਆਪਣੇ ਆਪ ਨੂੰ ਇੰਨੇ ਜੋਗਾ ਬਣਾਏ ਕਿ ਵੀ ਉਹ ਸਮਾਜ ਦੇ ਲੋਕਾਂ ਦੀ ਵੀ ਮਦਦ ਕਰ ਸਕਦਾ ਹੋਵੇ। ਉਸ ਤੋਂ ਬਾਅਦ ਕਾਨੂੰਨ ਦੀ ਪਾਲਣਾ ਕਰਦਾ ਹੋਵੇ।
ਔਰ ਜਿੰਨੇ ਵੀ ਕਰਤੱਵ ਹੈਗੇ ਨਾਗਰਿਕ ਦੇ ਉਹਦੇ ਪ੍ਰਤੀ ਸੁਚੇਤ ਰਵੇ, ਉਹਦੀ ਪਾਲਣਾ ਕਰਦਾ ਹੋਵੇ। ਉਸ ਤੋਂ ਬਾਅਦ ਆਪਣੇ ਜਿਹੜੇ ਉਹਦੇ ਅਧਿਕਾਰ ਹੈ ਉਹਦੇ ਪ੍ਰਤੀ ਵੀ ਸੁਚੇਤ ਰਵੇ ਅਤੇ ਜਾਗਰੂਕ ਰਵੇ। ਉਸ ਤੋਂ ਬਾਅਦ ਸਮਾਜ ਸੇਵਾ ਦੀ ਭਾਵਨਾ ਰੱਖਦਾ ਹੋਵੇ, ਆਂਢ ਗੁਆਂਢ ਦੀ ਆਪਣੀ ਜਿਸ ਨੂੰ ਲੋੜ ਹੈ ਉਸ ਦੀ ਅਗਰ ਕੈਪੇਬਲ ਹੈ ਤਾਂ ਉਸ ਦੀ ਮਦਦ ਕਰੇ। ਉਸ ਤੋਂ ਬਾਅਦ ਆਤਮ ਸੰਜਮ ਰੱਖਦਾ ਹੋਵੇ, ਆਪਣੇ 'ਤੇ ਕੰਟਰੋਲ ਰੱਖਦਾ ਹੋਵੇ, ਇਹ ਨਾ ਹੋਵੇ ਕਿ ਇਮੋਸ਼ਨਸ 'ਚ ਬਹਿ ਜਾਂਦਾ ਹੋਵੇ। ਉਸ ਤੋਂ ਬਾਅਦ ਤੇਜ਼ ਬੁੱਧੀ ਦਾ ਮਾਲਿਕ ਹੋਵੇ, ਉਹ ਆਪਣੀ ਬੁੱਧੀ ਨੂੰ ਤੇਜ਼ ਕਰਦਾ ਹੋਵੇ, ਉਸ ਤੇਜ਼ ਪਸ਼ੂ ਸਮਾਨ ਨਾ ਹੋਵੇ। ਤੇਜ਼ ਬੁੱਧੀ ਨਾਲ ਨਾਗਰਿਕ ਵਰਤਮਾਨ ਯੁੱਗ ਦੀ ਜੋ ਵੀ ਸਮੱਸਿਆਵਾਂ, ਮੁਸ਼ਕਿਲ ਸਮੱਸਿਆ ਉਸ ਨੂੰ ਠੀਕ ਤਰੀਕੇ ਨਾਲ ਹੱਲ ਕਰ ਪਾਉਂਦਾ ਅਤੇ ਆਪਣੇ ਦੇਸ਼ ਨੂੰ ਅੱਗੇ ਲੈ ਜਾਂਦਾ ਹੈ। ਚੰਗੀ ਵਿੱਦਿਆ ਉਹਨੇ ਪ੍ਰਾਪਤ ਕੀਤੀ ਹੋਵੇ, ਹੋ ਗਿਆ ਇਹ ਤਾਂ। ਔਰ ਆਪਸੀ ਪ੍ਰੇਮ ਅਤੇ ਸਹਿਯੋਗ ਦੀ ਭਾਵਨਾ ਰੱਖਦਾ ਹੋਵੇ, ਯਾਨੀ ਕਿ ਮਿਲ ਜੁਲ ਕੇ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਰਹਿੰਦੇ ਨੇ, ਵੱਖ ਤਰ੍ਹਾਂ ਦੇ। ਸਾਡਾ ਸਮਾਜ 'ਤੇ ਖਾਸ ਕਰਕੇ ਕਿ ਅਸੀਂ ਮਲਟੀ ਕਲਚਰਲ, ਮਲਟੀ ਲਿੰਗੁਅਲ, ਮਲਟੀ ਰਿਲੀਜੀਅਸ ਹੈਗੇ ਅਤੇ ਇਸ ਦੇ ਵਿੱਚ ਬੜੇ ਸੌਹਾਰਦ ਦੀ ਲੋੜ ਹੈ ਅਤੇ ਆਪਸੀ ਪ੍ਰੇਮ ਅਤੇ ਭਾਵਨਾ ਦੀ ਬਹੁਤ ਜ਼ਰੂਰਤ ਹੈ ਅਤੇ ਇਸ ਤਰ੍ਹਾਂ ਦੀ ਫੀਲਿੰਗ ਰੱਖਦਾ ਹੋਵੇ। ਉਹ ਚੰਗਾ ਚਰਿੱਤਰ ਨਿਰਮਾਣ ਦੀ ਭਾਵਨਾ ਹੋਵੇ, ਅੱਛਾ ਚਰਿੱਤਰ ਨਿਰਮਾਣ ਕਰਨਾ। ਚੰਗਾ ਚਰਿੱਤਰ ਦਾ ਮਤਲਬ ਕੀ ਹੁੰਦਾ ਹੈ ਕਿ ਤੁਸੀਂ ਸੱਚ ਬੋਲਦੇ ਹੋ, ਝੂਠ ਨਹੀਂ ਬੋਲਦੇ, ਤੁਸੀਂ ਮਿਹਨਤਕਸ਼ ਹੈਗੇ, ਤੁਸੀਂ ਮਦਦਗਾਰ ਹੈਗੇ ਲੋਕਾਂ ਨੇ, ਤੁਸੀਂ ਲੁੱਟ ਖਸੁੱਟ ਨਹੀਂ ਕਰਦੇ ਆ, ਤੁਸੀਂ ਮੋਰਲੀ ਸਹੀ ਹੋ, ਅੱਛੇ ਵੈਲਿਊਜ਼ ਹੈਗੇ ਤੁਹਾਡੇ, ਅਤੇ ਇਹ ਸਾਰੇ ਚੰਗੇ ਚਰਿੱਤਰ ਦੇ ਵਿੱਚ ਸ਼ਾਮਿਲ ਹੈ। ਉਸ ਤੋਂ ਬਾਅਦ ਸਹਿਣਸ਼ੀਲਤਾ ਦੀ ਭਾਵਨਾ ਹੋਵੇ, ਮਤਲਬ ਛੋਟੀ ਛੋਟੀ ਗੱਲ 'ਤੇ ਐਵੇਂ ਨਾ ਲੜਨ ਤੁਰ ਪਵੇ, ਬਲਕਿ ਸਹਿਣਸ਼ੀਲਤਾ ਰੱਖੇ, ਕਿਸੇ ਦੀ ਪ੍ਰੋਬਲਮ ਨੂੰ ਸਮਝੇ। ਉਸ ਤੋਂ ਬਾਅਦ ਹੈ ਡਿਸਪਲਿਨ ਰਵੇ, ਅਨੁਸ਼ਾਸਨ ਦੇ ਵਿੱਚ ਰਵੇ, ਯਾਨੀ ਕਿ ਨਿਯਮਬੱਧ ਤਰੀਕੇ ਨਾਲ ਕੰਮ ਕਰੇ। ਜਿਹੜਾ ਬੰਦਾ ਨਿਯਮਬੱਧ ਤਰੀਕੇ ਨਾਲ ਕੰਮ ਕਰਦਾ ਉਹ ਜੀਵਨ ਦੇ ਵਿੱਚ ਆਪਣੀ ਹਰ ਇੱਕ ਮੁਕਾਮ 'ਤੇ ਪਹੁੰਚਦਾ, ਮੰਜ਼ਿਲਾਂ ਨੂੰ ਪ੍ਰਾਪਤ ਕਰਦਾ ਹੈ। ਨਿਸ਼ਕਾਮ ਸੇਵਾ ਦੀ ਭਾਵਨਾ ਵੀ ਰੱਖਦਾ ਹੋਵੇ। ਨਿਸ਼ਕਾਮ ਸੇਵਾ ਮਤਲਬ ਬਿਨਾਂ ਸੈਲਫਲੈਸ ਸਰਵਿਸ ਦੀ ਗੱਲ ਕਰਦੇ। ਨਿਸ਼ਕਾਮ ਸੇਵਾ ਮਤਲਬ ਬਿਨਾਂ ਕਿਸੇ ਮਤਲਬ ਤੋਂ ਦੂਸਰੇ ਦੀ ਮਦਦ ਕਰਨਾ, ਹੈਲਪ ਕਰਨਾ। ਉਸ ਤੋਂ ਬਾਅਦ ਨਿਡਰਤਾ ਨਾਲ ਅੱਗੇ ਵਧੇ ਜ਼ਿੰਦਗੀ ਦੇ ਵਿੱਚ, ਕਿਸੇ ਨਾਲ ਡਰ ਕੇ ਨਾ ਰਵੇ, ਫੇਅਰਲੈਸ ਰਵੇ, ਚੜ੍ਹਦੀ ਕਲਾ ਦੇ ਵਿੱਚ ਰਵੇ। ਉਸ ਤੋਂ ਬਾਅਦ ਅਗਾਂਹਵਾਧੂ ਦ੍ਰਿਸ਼ਟੀਕੋਣ ਰੱਖੇ, ਛੋਟੀ ਛੋਟੀ ਗੱਲਾਂ 'ਤੇ ਨੂੰ ਨਾ ਤਰਜੀਹ ਦੇਵੇ। ਅਗਾਂਹਵਾਧੂ ਦ੍ਰਿਸ਼ਟੀਕੋਣ ਦਾ ਮਤਲਬ ਹੈ ਕਿ ਲਿਬਰਲ ਐਟੀਟਿਊਡ ਦਾ ਹੋਵੇ, ਪ੍ਰਗਤੀਸ਼ੀਲ ਭਾਵਨਾ ਰੱਖੇ, ਰਾਈਟ। ਵਹਿਮਾਂ ਭਰਮਾਂ 'ਚ ਨਾ ਰਵੇ, ਐਵੇਂ ਸਾਡੇ ਜਿਹੜੇ ਵਿਤਕਰੇ ਹੈ ਕੁੜੀ ਮੁੰਡੇ ਦੇ ਵਿੱਚ ਉਹਨਾਂ ਚੱਕਰ 'ਚ ਨਾ ਪਵੇ, ਸਾਰਿਆਂ ਨੂੰ ਅੱਗੇ ਲੈ ਕੇ ਚੱਲੇ, ਵਧਾਵੇ ਅੱਗੇ, ਅਤੇ ਰਾਜਨੀਤਿਕ ਅਧਿਕਾਰਾਂ ਬਾਰੇ ਜਾਗਰੂਕ ਵੀ ਹੋਵੇ ਉਹ। ਉਸ ਤੋਂ ਬਾਅਦ ਉਹ ਅੰਤਰਰਾਸ਼ਟਰਵਾਦ ਦੀ ਭਾਵਨਾ ਰੱਖੇ। ਅੰਤਰਰਾਸ਼ਟਰ ਦੀ ਭਾਵਨਾ ਦਾ ਮਤਲਬ ਕੀ ਹੈ ਕਿ ਵੀ ਅਸੀਂ ਸਾਰੀ ਦੁਨੀਆ ਜਿਹੜੀ ਹੈ, ਅਸੀਂ ਵੀ ਆਰ ਬ੍ਰਦਰਸ ਐਂਡ ਸਿਸਟਰਸ, ਅਤੇ ਮਿਲ ਕੇ ਚੱਲਣ 'ਤੇ ਹੀ ਅਸੀਂ ਇਸ ਧਰਤੀ ਦਾ ਉਧਾਰ ਕਰ ਸਕਦੇ ਹਾਂ, ਅਸੀਂ ਇਸ ਧਰਤੀ ਨੂੰ ਬਚਾ ਸਕਦੇ ਹਾਂ। ਅੱਜ ਜਿਵੇਂ ਇਨਵਾਇਰਮੈਂਟ ਪ੍ਰੋਬਲਮ ਹੈ, ਬਹੁਤ ਵੱਡੀ ਪ੍ਰੋਬਲਮ ਹੈ ਸਾਰੀ ਦੁਨੀਆ ਦੇ ਵਿੱਚ, ਅਤੇ ਇਸ ਨੂੰ ਕਿਵੇਂ ਨਿਪਟ ਸਕਦੇ ਹਾਂ ਜੇ ਅੰਤਰਰਾਸ਼ਟਰਵਾਦ ਦੀ ਭਾਵਨਾ ਰੱਖਾਂਗੇ ਤਾਂ ਹੀ ਅੱਗੇ ਚੱਲਦੇ। ਚੰਗੇ ਨਾਗਰਿਕ ਬਣਨ ਦੇ ਰਸਤੇ ਵਿੱਚ ਰੁਕਾਵਟਾਂ ਕਿਹੜੀਆਂ? ਸਭ ਤੋਂ ਪਹਿਲਾਂ ਅਨਪੜ੍ਹਤਾ ਹੈ। ਅਨਪੜ੍ਹ ਬੰਦਾ ਕਿਸੇ ਵੀ ਕਹਿਣ 'ਤੇ ਭਟਕ ਜਾਂਦਾ ਹੈ, ਬਹਿਲਾਵੇ 'ਚ ਆ ਜਾਂਦਾ ਹੈ। ਉਸ ਤੋਂ ਬਾਅਦ ਅਗਿਆਨਤਾ ਹੈ, ਗਰੀਬੀ ਹੈ। ਗਰੀਬੀ ਆਲਸ ਕਰਕੇ ਹੁੰਦੀ ਆ। ਆਲਸ ਯਾਨੀ ਕਿ ਮਿਹਨਤਕਸ਼ ਹੋਵੋਗੇ ਤਾਂ ਗਰੀਬੀ ਦੂਰ ਹੋ ਜਾਏਗੀ, ਔਰ ਹਰ ਤਰ੍ਹਾਂ ਦੇ ਕੰਮ ਕਰਨ ਨੂੰ ਤਿਆਰ ਰਹਿਣਾ। ਬੇਰੁਜ਼ਗਾਰੀ ਹੈ, ਸਵਾਰਥ ਹੈ, ਕੱਟੜਪੰਥੀ ਧਰਮ ਦੀ ਹੈ ਜਿਹੜੀ ਹੈ ਉਹ ਵੀ ਰੁਕਾਵਟ ਹੈ। ਧੜੇਬੰਦੀ ਹੈ, ਮਾੜੇ ਰੀਤੀ ਰਿਵਾਜ ਹੈ, ਸਮਾਜਿਕ ਬੁਰਾਈਆਂ ਜਿਹੜੀਆਂ ਹੈ ਸਾਡੇ ਸਮਾਜ ਦੇ ਵਿੱਚ। ਆਕੜ ਅਤੇ ਅਭਿਮਾਨ ਵੀ ਹੈ, ਦਲਬੰਦੀ। ਅਸੀਂ ਦਲ ਦੇ ਵਿੱਚ ਵੱਡੇ ਹੋਏ ਹਾਂ, ਅਸੀਂ ਮਿਹਨਤ ਕਰਕੇ ਰਾਜ਼ੀ ਨਹੀਂ, ਅਸੀਂ ਸਾਮੂਹਿਕ ਰੂਪ 'ਚ ਚੱਲ ਕੇ ਰਾਜ਼ੀ ਨਹੀਂ ਹੈਗੇ। ਉਗਰ ਰਾਸ਼ਟਰਵਾਦ ਦੀ ਭਾਵਨਾ ਵੀ ਜਿਹੜੀ ਹੈ ਸਾਡੇ ਅੱਛੇ ਨਾਗਰਿਕ ਦੇ ਰਸਤੇ ਵਿੱਚ ਰੁਕਾਵਟ। ਉਗਰ ਰਾਸ਼ਟਰਵਾਦ ਹੈ ਕਿ ਵੀ ਖਾਸ ਕਰਕੇ ਅੱਜ ਦੇ ਜ਼ਮਾਨੇ 'ਚ ਜਿਹੜੀ ਹਿੰਦੂ ਰਾਸ਼ਟਰਵਾਦ ਦੀ ਗੱਲ ਕੀਤੀ ਜਾ ਰਹੀ ਹੈ ਉਹ ਇੱਕ ਕਿਸਮ ਦਾ ਉਗਰ ਰਾਸ਼ਟਰਵਾਦ ਹੈ, ਜਾਂ ਫਿਰ ਕੋਈ ਵੀ ਮੁਸਲਿਮ ਰਾਸ਼ਟਰਵਾਦ ਦੀ ਗੱਲ ਹੋਵੇ ਤਾਂ ਉਹ ਵੀ ਉਗਰ ਰਾਸ਼ਟਰਵਾਦ ਹੈ। ਯਾਨੀ ਕਿ ਕੱਟੜਪੰਥੀ ਨਹੀਂ ਹੋਣੀ ਚਾਹੀਦੀ, ਸਾਰੇ ਨੂੰ ਬਰਾਬਰ ਸਮਝ ਕੇ ਚੱਲਣਾ ਚਾਹੀਦਾ। ਧਨ ਕੁਛ ਹੱਥਾਂ ਵਿੱਚ ਹੈ, ਜਿਸ ਕਰਕੇ ਵੀ ਇਹ ਕਈ ਵਾਰੀ ਚੰਗੇ ਨਾਗਰਿਕ ਲੋਕ ਨਹੀਂ ਬਣ ਪਾਉਂਦੇ ਅਤੇ ਉਹ ਲੁੱਟ ਖਸੁੱਟ 'ਤੇ ਆ ਜਾਂਦੇ। ਧਨ ਦੀ ਕਹਾਣੀ ਵੰਡ ਵੀ ਇਸ ਲਈ ਜ਼ਿੰਮੇਵਾਰ ਹੈ। ਠੀਕ ਹੈ। ਅੱਗੇ ਹੈ ਸੰਪਰਦਾਇਕਤਾਵਾਦ, ਯਾਨੀ ਕਿ ਧਰਮ ਦੇ ਨਾਂ 'ਤੇ ਦੰਗੇ ਫਸਾਦ, ਪ੍ਰਾਂਤਵਾਦ, ਖੇਤਰਵਾਦ, ਵੱਖਵਾਦ, ਅਲੱਗ ਹੋਣ ਦੀ ਗੱਲ ਜਿਹੜੀ ਹੈ, ਬਸਤੀਵਾਦ, ਰਾਜਨੀਤਿਕ ਹਿੰਸਾ, ਸਮਾਜਿਕ ਹਿੰਸਾ, ਆਰਥਿਕ ਮੰਦਹਾਲੀ, ਇਹ ਸਾਰੇ ਫੈਕਟਰ ਜਿਹੜੇ ਹੈਗੇ ਇਹ ਸਾਡੇ ਚੰਗੇ ਨਾਗਰਿਕ ਬਣਨ ਦੇ ਰਸਤੇ ਵਿੱਚ ਰੁਕਾਵਟ ਹੈਗੇ। ਔਰ ਹੁਣ ਚੰਗੇ ਨਾਗਰਿਕ ਬਣਨ ਦੇ ਰਸਤੇ ਵਿੱਚ ਜੋ ਵੀ ਰੁਕਾਵਟਾਂ ਉਹਨਾਂ ਨੂੰ ਦੂਰ ਕਿਵੇਂ ਕਰ ਸਕਦੇ ਆਪਾਂ? ਸਭ ਤੋਂ ਪਹਿਲਾਂ ਤਾਂ
ਐਜੂਕੇਟਿਡ ਹੋਣਾ ਚਾਹੀਦਾ ਬੰਦੇ ਨੂੰ। ਮੁਫਤ ਲਾਜ਼ਮੀ ਸਿੱਖਿਆ ਸਰਕਾਰ ਦੁਆਰਾ ਹੋਣੀ ਚਾਹੀਦੀ ਹੈ, ਜਿੱਥੇ ਤੱਕ ਬੱਚਾ ਪੜ੍ਹ ਸਕਦਾ ਹੋਵੇ ਉਹਦੀ ਐਬਿਲਿਟੀ ਦੇ ਹਿਸਾਬ ਨਾਲ। ਉਸ ਤੋਂ ਬਾਅਦ ਕਦਰਾਂ ਕੀਮਤਾਂ 'ਤੇ ਆਧਾਰਿਤ ਵਿੱਦਿਆ ਹੋਣੀ ਚਾਹੀਦੀ। ਵਿੱਦਿਆ ਦੇ ਵਿੱਚ ਇਮਾਨਦਾਰੀ, ਭਾਈਚਾਰੇ, ਠੀਕ ਹੈ, ਸਤਿਕਾਰ ਕਰਨਾ ਸਿਖਾਉਣਾ, ਸਮਾਜ ਸੇਵਾ, ਦੇਸ਼ ਸੇਵਾ, ਰਾਸ਼ਟਰਵਾਦ, ਦੇਸ਼ ਪਿਆਰ, ਮਾਪਿਆਂ ਦੀ ਇੱਜ਼ਤ ਕਰਨਾ, ਆਂਢ ਗੁਆਂਢ ਦੀ ਇੱਜ਼ਤ ਕਰਨਾ, ਵੱਡਿਆਂ ਦੀ ਇੱਜ਼ਤ ਕਰਨਾ, ਇਹ ਸਾਰੀ ਚੀਜ਼ ਅੱਛੀ ਕਦਰਾਂ ਕੀਮਤਾਂ ਵਿੱਚ ਸ਼ਾਮਿਲ ਹੈ। ਇਹਦੇ ਬਾਰੇ ਸਿੱਖਿਆ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਜਿਹੜੀ ਦਲ ਪ੍ਰਣਾਲੀ ਹੈ, ਇਹ ਦਲ ਪ੍ਰਣਾਲੀ ਦੇ ਵਿੱਚ ਵੀ ਇੰਪਰੂਵਮੈਂਟ ਹੋਣੀ ਚਾਹੀਦੀ ਹੈ, ਮਤਲਬ ਵਧੀਆ ਦਲ ਪ੍ਰਣਾਲੀ ਹੋਣੀ ਚਾਹੀਦੀ ਹੈ। ਹੁੰਦਾ ਕਿ ਅਸੀਂ ਇੱਕ ਦਲ ਜਾਂ ਦੂਸਰੇ ਦਲ ਨਾਲ ਜੁੜ ਕੇ ਅਸੀਂ ਇੰਨੇ ਕੱਟਰ ਹੋ ਜਾਂਦੇ ਕਿ ਦੂਸਰੇ ਦਲ ਨੂੰ ਦੇਖ ਕੇ ਤਿਆਰ ਨਹੀਂ। ਸੰਗਠਿਤ ਹੋਣਾ ਵਧੀਆ ਗੱਲ ਹੈ, ਪਰ ਸੰਗਠਿਤ ਹੋ ਕੇ ਉਹਦੇ ਨਾਲ ਕੱਟਰ ਹੋ ਜਾਣਾ ਉਸ ਪ੍ਰਤੀ ਇਹ ਗਲਤ ਗੱਲ ਹੈ। ਗਰੀਬਾਂ ਦਾ ਖਾਤਮਾ ਕਰੀਏ, ਜੇ ਸਰਕਾਰ ਸਾਮੂਹਿਕ ਰੂਪ 'ਚ ਕੰਮ ਕਰੇ, ਗਰੀਬੀ ਦਾ ਖਾਤਮਾ ਹੋ ਜਾਵੇ ਤਾਂ ਵੀ ਅਸੀਂ ਚੰਗੇ ਨਾਗਰਿਕ ਬਣ ਸਕਦੇ। ਇਹ ਇਸ ਦੇ ਵਿੱਚ ਖਾਸ ਕਰਕੇ ਬੇਰੁਜ਼ਗਾਰੀ, ਬੁਢਾਪੇ, ਬਿਮਾਰੀ, ਇਹ ਸਾਰੀ ਟੈਨਸ਼ਨ ਹੁੰਦੀ ਹੈ। ਇਸ ਕਰਕੇ ਇਹ ਪ੍ਰੋਬਲਮ ਹੈ ਚੰਗੇ ਨਾਗਰਿਕ ਬਣਨ ਦੇ ਰਸਤੇ ਵਿੱਚ ਇਹ ਰੁਕਾਵਟਾਂ ਪੈਦਾ ਕਰਦੀਆਂ। ਸਿਹਤ ਸੰਭਾਲ ਵੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਹੈ ਲਾਜ਼ਮੀ ਵੋਟਿੰਗ ਹੋਣੀ ਚਾਹੀਦੀ ਹੈ। ਅੱਛੇ ਸਵਸਥ ਸਮਾਜ ਦੇ ਨਿਰਮਾਣ ਹੋਣੀ ਚਾਹੀਦੀ ਹੈ। ਰੇਡੀਓ, ਟੈਲੀਵਿਜ਼ਨ, ਅਖਬਾਰਾਂ 'ਤੇ ਇਹਨਾਂ ਚੀਜ਼ਾਂ ਦਾ ਪ੍ਰਚਾਰ ਹੋਣਾ ਚਾਹੀਦਾ ਹੈ ਅਤੇ ਇਹਨਾਂ 'ਤੇ ਬਾਇਸਡ ਕੰਟਰੋਲ ਨਹੀਂ ਹੋਣਾ ਚਾਹੀਦਾ। ਔਰ ਅਗਰ ਖਾਸ ਕਮਿਊਨਿਟੀ ਦਾ ਕੰਟਰੋਲ ਹੈ ਇਹਦੇ 'ਚ, ਅਤੇ ਉਹ ਖਾਸ ਕਮਿਊਨਿਟੀ ਜਿਹੜਾ ਹੈ ਉਹ ਸਾਰੇ ਕਮਿਊਨਿਟੀ ਦੀ ਗੱਲ ਕਰੇਗਾ, ਨਾ ਕਿ ਸਿਰਫ ਆਪਣੀ ਕਮਿਊਨਿਟੀ ਦੀ ਗੱਲ ਕਰੇਗਾ। ਇਹ ਇਸ ਵੇਲੇ ਵੀ ਅਸੀਂ ਸਮਾਜ 'ਚ ਦੇਖ ਰਹੇ ਕਿਸ ਤਰੀਕੇ ਨਾਲ TV, ਅਖਬਾਰਾਂ 'ਤੇ ਕਿਹਨਾਂ ਦਾ ਕਬਜ਼ਾ ਹੈ ਅਤੇ ਉਹ ਕਿਹੜੀ ਗੱਲਾਂ ਨੂੰ ਕਰਦੇ ਪਏ, ਇਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ। ਜਦਕਿ ਸਮਾਜ ਨੂੰ ਹਰ ਪੱਖੋਂ ਆਇਨਾ ਦਿਖਾਉਣਾ ਚਾਹੀਦਾ ਹੈ। ਇਹਨਾਂ ਰੇਡੀਓ, ਟੈਲੀਵਿਜ਼ਨ, ਅਖਬਾਰਾਂ ਨੂੰ ਨਿਰਪੱਖ ਅਤੇ ਇਮਾਨਦਾਰ ਛਾਪਾਖਾਨਾ ਹੈ, ਇਹ ਹੋਣੀ ਚਾਹੀਦੀ ਹੈ। ਇਸ ਦੀ ਵੀ ਘਾਟ ਹੈ ਸਾਡੇ ਦੇਸ਼ 'ਚ। ਸੰਪਰਦਾਇਕਤਾਵਾਦ ਦਾ ਖਾਤਮਾ ਹੋਣਾ ਚਾਹੀਦਾ। ਜਿਹੜਾ ਵੀ ਕੱਟਰਤਾ ਹੈ ਧਾਰਮਿਕ ਪੱਖ 'ਤੇ, ਇਹਦੀ ਖਾਤਮਾ ਹੋਣੀ ਚਾਹੀਦੀ। ਜਾਤੀਵਾਦ ਦੇ ਵਿੱਚ ਜੋ ਕੱਟਰਤਾ ਹੈ ਉਸ ਦੀ ਖਾਤਮਾ ਹੋਣੀ ਚਾਹੀਦੀ ਹੈ। ਪ੍ਰਾਂਤਵਾਦ ਦੀ ਜਿਹੜੀ ਭਾਵਨਾ ਹੈ ਕਿ ਅਸੀਂ ਪੰਜਾਬੀ, ਅਸੀਂ ਬੰਗਾਲੀ, ਅਸੀਂ ਗੁਜਰਾਤੀ, ਅਸੀਂ ਮਰਾਠੀ, ਅਸੀਂ ਤਮਿਲ ਅਤੇ ਫਲਾਣਾ ਢਿਮਕਾਣਾ, ਇਹ ਸਾਰੀ ਚੀਜ਼ਾਂ ਦੀ ਨਹੀਂ, ਅਸੀਂ ਭਾਰਤੀ ਹੈਗੇ, ਸਾਰੇ ਭਾਰਤੀ ਹੈਗੇ। ਪਹਿਲਾਂ ਅਸੀਂ ਭਾਰਤੀ ਹੈਗੇ, ਫਿਰ ਕਿਸੇ ਖਾਸ ਖੇਤਰ ਤੋਂ ਆਉਂਦੇ, ਪਰ ਉਹ ਖੇਤਰ ਦੀ ਇੰਪੋਰਟੈਂਸ ਅਸੀਂ ਐਜ਼ ਏ ਨਾਗਰਿਕ ਸਾਡੇ ਉਸ ਏਰੀਆ ਦੇ ਵਿੱਚ ਹੋ ਸਕਦੀ ਹੈ, ਪਰ ਜਦੋਂ ਅਸੀਂ ਕਿਸੇ ਹੋਰ ਖੇਤਰ ਦੇ ਬੰਦੇ ਨੂੰ ਮਿਲਦੇ ਤਾਂ ਉੱਥੇ ਅਸੀਂ ਉਸ ਦੀ ਇੰਪੋਰਟੈਂਸ ਨਹੀਂ ਦਿਖਾਉਣੀ, ਜਿਸ ਦੇ ਨਾਲ ਕਿ ਵੀ ਖੇਤਰਵਾਦ ਦੀ ਜਿਹੜੀ ਭਾਵਨਾ ਪੈਦਾ ਹੁੰਦੀ ਹੈ ਦੂਸਰੇ 'ਚ ਵੀ। ਉਸ ਤੋਂ ਬਾਅਦ ਹੈ ਵੱਖਵਾਦ ਦੀ ਭਾਵਨਾ ਦਾ ਖਾਤਮਾ ਕਰਨਾ। ਜੋ ਵੀ ਵੱਖ ਹੋਣਾ ਚਾਹੁੰਦੇ ਦੇਸ਼ ਤੋਂ, ਸਾਡੇ ਦੇਸ਼ ਤੋਂ ਜੋ ਵੀ ਏਰੀਆ ਵੱਖ ਕਰਨਾ ਚਾਹੁੰਦੇ, ਉਸ ਦੀ ਭਾਵਨਾ ਦਾ ਵੀ ਖਾਤਮਾ ਹੋਣਾ ਚਾਹੀਦਾ। ਸਾਫ਼ ਸੁਥਰਾ ਅਤੇ ਯੋਗ ਰਾਜ ਪ੍ਰਬੰਧ ਹੋਣੀ ਚਾਹੀਦੀ ਹੈ। ਨੇਤਾ ਇਮਾਨਦਾਰ ਹੋਣੇ ਚਾਹੀਦੇ ਹੈ। ਹੁਣ ਅਸੀਂ ਦੇਖਦੇ ਹਾਂ ਇਮਾਨਦਾਰੀ ਨੇਤਾਵਾਂ 'ਚ ਕਿੰਨੀ ਹੈਗੀ। ਸਾਡੇ ਇਮਾਨਦਾਰ ਨੇਤਾਵਾਂ ਮਤਲਬ ਕਹਿੰਦੇ ਕਿ ਵੀ ਆਟੇ ਦੇ ਵਿੱਚ ਲੂਣ ਦੇ ਸਮਾਨ ਵੀ ਨਹੀਂ ਰਹਿ ਗਏ ਇਮਾਨਦਾਰ ਨੇਤਾ, ਇੰਨੀ ਹੈ। ਹਰ ਕੋਈ ਮਤਲਬ ਪ੍ਰਸਤ ਬਣਿਆ ਪਿਆ ਹੈ। ਅਤੇ ਨੇਤਾ ਉਹ ਹੁੰਦਾ ਹੈ ਜਿਹੜਾ ਸੈਲਫਲੈਸ ਹੋ ਕੇ ਆਪਣੀਆਂ ਪ੍ਰੋਪਰਟੀਜ਼ ਦੀਆਂ, ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਸਮਾਜ ਲਈ, ਲੋਕਾਂ ਦੇ ਲਈ ਕੰਮ ਕਰਦਾ ਹੈ। ਉਸ ਤੋਂ ਇਲਾਵਾ ਜੋ ਸਾਡੇ ਦੇਸ਼ 'ਚ ਲਿੰਗ ਦੇ ਆਧਾਰ 'ਤੇ ਭੇਦਭਾਵ ਹੁੰਦੇ, ਕੁੜੀ ਮੁੰਡੇ ਦੇ ਆਧਾਰ 'ਤੇ ਜੋ ਭੇਦਭਾਵ ਹੁੰਦਾ, ਉਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਕਰਤੱਵਾਂ ਦੀ ਅਦਾਇਗੀ ਹੋਣੀ ਚਾਹੀਦੀ ਹੈ ਸਾਰੇ ਲੋਕਾਂ ਪ੍ਰਤੀ, ਤਾਂ ਹੀ ਜਾ ਕੇ ਉਸ ਤੋਂ ਅੱਛੇ ਨਾਗਰਿਕ ਹੋ ਸਕਾਂਗੇ। ਉਸ ਤੋਂ ਬਾਅਦ ਸਾਰਿਆਂ ਦੇ ਵਿੱਚ ਅਧਿਕਾਰਾਂ ਦੇ ਪ੍ਰਤੀ ਜਾਗਰੂਕਤਾ ਵੀ ਜ਼ਰੂਰੀ ਹੈ। ਇਹ ਸਾਰੇ ਸੀਗੇ ਕਿ ਵੀ ਕਿਸ ਤਰੀਕੇ ਨਾਲ ਅਸੀਂ ਅੱਛੇ ਨਾਗਰਿਕ ਦੇ ਬਣਨ ਦੇ ਵਿੱਚ ਰਸਤੇ ਵਿੱਚ ਜੋ ਰੁਕਾਵਟਾਂ ਉਹਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ। ਉਹ ਅਤੇ ਹੁਣ ਆ ਜਾਂਦੇ ਸਿੱਟਾ ਹੈ ਕਿ ਚੰਗਾ ਨਾਗਰਿਕ ਚੰਗਾ ਮਨੁੱਖ ਹੁੰਦਾ ਹੈ, ਅਤੇ ਵਧੀਆ ਮਨੁੱਖ ਅਤੇ ਵਧੀਆ ਨਾਗਰਿਕ ਬਣਾਉਣ ਦੀ ਜ਼ਿੰਮੇਵਾਰੀ ਕੇਵਲ ਰਾਜ ਦੀ ਨਹੀਂ ਹੈ, ਬਲਕਿ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਕੀ ਯਾਦ ਰੱਖਣਾ ਆਪਾਂ ਸਿੱਟੇ ਵਜੋਂ, ਚੰਗਾ ਨਾਗਰਿਕ ਚੰਗਾ ਮਨੁੱਖ ਹੁੰਦਾ ਹੈ, ਅਤੇ ਰਾਜ ਹੀ ਸਭ ਚੀਜ਼ਾਂ ਦੇ ਲਈ ਜ਼ਿੰਮੇਵਾਰ ਨਹੀਂ ਹੈ, ਕਿਉਂਕਿ ਰਾਜ ਨੂੰ ਵੀ ਕੌਣ ਬਣਾਉਂਦਾ, ਰਾਜ ਸਰਕਾਰ ਨੂੰ ਕੌਣ ਬਣਾਉਂਦਾ, ਅਸੀਂ ਬਣਾਉਂਦੇ ਹਾਂ। ਅਤੇ ਇਸ ਲਈ ਵਧੀਆ ਮਨੁੱਖ ਪਹਿਲਾਂ ਖੁਦ ਵਧੀਆ ਬਣੇਗਾ ਤਾਂ ਹੀ ਉਹ ਵਧੀਆ ਰਾਜ ਔਰ ਵਧੀਆ ਐਡਮਿਨਿਸਟ੍ਰੇਸ਼ਨ, ਵਧੀਆ ਸਰਕਾਰ ਬਣਾ ਸਕਦਾ ਹੈ। ਅਤੇ ਵਧੀਆ ਮਨੁੱਖ ਅਤੇ ਵਧੀਆ ਨਾਗਰਿਕ ਬਣਾਉਣ ਦੀ ਜ਼ਿੰਮੇਵਾਰੀ ਕੇਵਲ ਰਾਜ ਦੀ ਨਹੀਂ ਹੈ, ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਇਹ ਸੀ ਅੱਜ ਦਾ ਵੀਡੀਓ ਦੋਸਤੋ, ਅਤੇ ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗਾ। ਹੁਣ ਅਗਲਾ ਨਾਗਰਿਕਤਾ ਦੀ ਵੀਡੀਓ ਬਣਾਵਾਂਗਾ। ਥੈਂਕ ਯੂ, ਬੈਸਟ ਆਫ ਲੱਕ, ਡੂ ਸ਼ੇਅਰ ਇਟ ਵਿਦ ਯੂਰ ਫਰੈਂਡਸ, ਟੇਕ ਕੇਅਰ, ਗॉड ब्लेस यू, थैंक यू।